ਸਿਹਤ ਮੰਤਰੀ ਚੇਤਨ ਜੋੜਾ ਮਾਜਰਾ ਬੀਤੇ ਦਿਨੀ ਫਰੀਦਕੋਟ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਦੇ ਨਾਲ ਉਲਝਦੇ ਨਜ਼ਰ ਆਏ ਸੀ ਕਿਉਂਕਿ ਸਿਹਤ ਮੰਤਰੀ ਦਾ ਕਹਿਣਾ ਸੀ ਕਿ ਸੁਵਿਧਾਵਾਂ ਸਹੀ ਨਹੀਂ ਸੀ, ਬੈੱਡ ਗੰਦੇ ਸੀ। ਫਿਰ ਇੱਕ ਬੈੱਡ ਦੇ ਉੱਤੇ ਵੀਸੀ ਨੂੰ ਲੇਟਣ ਵਾਸਤੇ ਆਖਿਆ ਜਾਂਦਾ, ਜਿਸ ਤੋਂ ਬਾਅਦ ਵੀਸੀ ਨੇ ਕਿਹਾ ਕਿ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ, ਜ਼ਲੀਲ ਕੀਤਾ ਗਿਆ ਤੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਵਿਵਾਦ ਭਖਦਾ ਨਜ਼ਰ ਆਇਆ। IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਵੀ ਇਸ ਗੱਲ ਉੱਤੇ ਇਤਰਾਜ਼ ਜਤਾਇਆ ਗਿਆ। ਮਾਨ ਸਰਕਾਰ ਇਸ ਗੱਲ ਉੱਤੇ ਸਪਸ਼ਟੀਕਰਨ ਦਿੰਦੀ ਨਜ਼ਰ ਆਈ ਕਿ ਅਸੀਂ ਸਿਰਫ ਸੁਵਿਧਾਵਾਂ ਚੰਗੀਆਂ ਦੇਣੀਆਂ ਚਾਹੁੰਦੇ ਹਾਂ, ਵੀਸੀ ਦੇ ਨਾਲ ਕਿਸੇ ਤਰੀਕੇ ਦੀ ਕੋਈ ਬਦਤਮੀਜ਼ੀ ਨਹੀਂ ਸੀ ਕੀਤੀ ਗਈ ਤਾਂ ਵੀਸੀ ਨੇ ਅਸਤੀਫਾ ਦਿੱਤਾ। ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੀ ਦੋਹੇ ਮੰਤਰੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ। ਸਿਹਤ ਮੰਤਰੀ ਜੋੜਾ ਮਾਜਰਾ ਦੇ ਸਾਹਮਣੇ ਖੜੇ ਨੇ ਇਸ ਵੇਲੇ ਫੌਜਾ ਸਿੰਘ ਸਰਾਰੀ, ਜਿਨ੍ਹਾਂ ਨੇ ਪੱਤਰਕਾਰਾਂ ਨੂੰ ਇਹ ਕਿਹਾ ਕਿ ਜੇਕਰ ਅਜਿਹੀ ਕਾਰਵਾਈ ਰੋਕੀ ਜਾ ਸਕਦੀ ਸੀ ਤਾਂ ਰੋਕਣੀ ਚਾਹੀਦੀ ਸੀ। ਇਸ ਤਰੀਕੇ ਅਫਸਰਸ਼ਾਹੀ ਉੱਤੇ ਦਬਾਅ ਪਾ ਕੇ ਮਸਲੇ ਹੱਲ ਨਹੀਂ ਹੋਣਗੇ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਨਹੀਂ ਹੈ। ਇਸ ਤਰੀਕੇ ਮਸਲੇ ਹੱਲ ਨਹੀਂ ਹੋਣਗੇ। ਸਿਹਤ ਮੰਤਰੀ ਜੋੜਾ ਮਾਜਰਾ ਨੇ ਗਲਤ ਕੀਤਾ, ਇਹ ਕਹਿਣਾ ਹੈ ਫੌਜਾ ਸਿੰਘ ਸਰਾਰੀ ਦਾ, ਜੋ ਕਿ ਕੈਬਨਿਟ ਮੰਤਰੀ ਨੇ। ਤਾਂ ਤੁਹਾਨੂੰ ਸੁਣਾਉਂਦੇ ਹਾਂ ਕੀ ਸੀ ਉਹਨਾਂ ਦੇ ਬੋਲ ਜਦੋਂ ਸਵਾਲ ਕੀਤਾ ਗਿਆ ਸਿਹਤ ਮੰਤਰੀ ਜੋੜਾ ਮਾਜਰਾ ਦੀ ਕੱਲ੍ਹ ਦੀ ਕੀਤੀ ਗਈ ਕਾਰਵਾਈ ਬਾਰੇ। ਸਾਰਿਆਂ ਨੇ ਕਿ ਰਾਜਨੀਤੀ ਕਰਨ ਨਹੀਂ ਆਏ, ਰਾਜਨੀਤੀ ਬਦਲਣ ਆਏ। ਇਸ ਕਰਕੇ ਟੀਮ ਦੇ ਤੌਰ ਤੇ ਕੰਮ ਕਰ ਰਹੇ ਹਾਂ। ਕਿਸੇ ਨਾਲ ਦਬਾਅ ਬਣਾਉਣ ਦਾ ਕੋਈ ਕਿਸੇ ਦਾ ਮਕਸਦ ਨਹੀਂ ਹੈ। ਇਹ ਗਲਤ ਹੈ, ਮੰਦਭਾਗਾ ਹੈ ਕਿ ਰਾਜਨੇਤਾ ਦਾ ਫਰਜ਼ ਹੁੰਦਾ ਸਤਿਕਾਰ ਦੇਣਾ, ਨਾ ਕਿ ਕਿਸੇ ਦੀ ਬੇਇੱਜ਼ਤੀ ਕਰਨਾ। ਜਿਹੜਾ ਵੀ ਹੋਇਆ ਮਾੜਾ ਹੋਇਆ। ਤੇ ਵਾਈਸ ਚਾਂਸਲਰ ਸਾਹਿਬ ਨੇ ਗੁੱਸੇ ਵਿੱਚ ਅਸਤੀਫਾ ਅੱਜ ਆਪਾਂ WhatsApp ਤੇ ਦੇਖ ਰਹੇ ਹਾਂ, ਜਾਂ ਜੋ ਵੀ ਬੋਲਿਆ ਜਾ ਰਿਹਾ ਸੁਣਿਆ, ਪਰ ਮਾੜੀ ਗੱਲ ਨਹੀਂ ਚਾਹੀਦਾ ਇਸ ਤਰ੍ਹਾਂ। ਇਹ ਕੰਮ ਕਰਾਉਣ ਦਾ ਤਰੀਕਾ ਇਹ ਹੁੰਦਾ ਕਿ ਪਹਿਲਾਂ ਪਿਆਰ ਨਾਲ, ਫਿਰ ਥੋੜਾ ਦਬਕਾ, ਫਿਰ ਝਟਕਾ, ਤੇ ਜੇ ਜਾਣਸਾਰੀ ਪਹਿਲੇ ਦਿਨ ਇਸ ਤਰ੍ਹਾਂ ਕਰੀਏ ਤਾਂ ਠੀਕ ਨਹੀਂ। ਕੋਈ ਗੱਲ ਨਹੀਂ, ਅਫਸਰਸ਼ਾਹੀ ਤੇ ਰਾਜਨੇਤਾ ਡੈਮੋਕ੍ਰੇਸੀ ਤੋਂ ਰਲ ਕੇ ਚਲਾਉਂਦੇ ਆ। ਆਪਣੇ ਆਪ ਕੋਈ ਇਕੱਲਾ ਕੁਛ ਨਹੀਂ ਕਰ ਸਕਦਾ। ਅਗਰ ਜਿੱਥੇ ਕਿਤੇ ਸਾਡੇ ਰਾਜਨੇਤਾਵਾਂ ਤੋਂ ਗਲਤੀ ਹੋਈ ਤਾਂ ਸੌਰੀ ਫੀਲ ਕਰ ਲਾਂਗੇ, ਮਾਫੀ ਮੰਗ ਲਾਂ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਕਦੇ। ਦਬਾਅ ਨਾਲ ਕੋਈ ਕੰਮ ਠੀਕ ਨਹੀਂ ਹੁੰਦਾ। ਮੈਂ ਤਾਂ ਜਿੱਥੇ ਵੀ ਜਾਂਦਾ ਉੱਥੇ ਕਹਿੰਦਾ ਕਿ ਸਾਰੀ ਟੀਮ ਵਰਕ ਦੇ ਤੌਰ ਤੇ ਕੰਮ ਕਰਾਂਗੇ, ਕੋਈ ਵੱਡਾ ਛੋਟਾ ਨਹੀਂ ਹੈ। ਆਮ ਆਦਮੀ ਪਾਰਟੀ ਦਾ ਤਾਂ ਮਕਸਦ ਇਹੀ ਹੈ ਕਿ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਕਿ ਰਾਜਨੀਤੀ ਕਰਨ ਨਹੀਂ ਆਏ, ਰਾਜਨੀਤੀ ਬਦਲਣ ਆਏ। ਇਸ ਕਰਕੇ ਟੀਮ ਦੇ ਤੌਰ ਤੇ ਕੰਮ ਕਰ ਰਹੇ ਹਾਂ। ਕਿਸੇ ਨਾਲ ਦਬਾਅ ਬਣਾਉਣ ਦਾ ਕੋਈ ਕਿਸੇ ਦਾ ਮਕਸਦ ਨਹੀਂ ਹੈ। ਇਹ ਗਲਤ ਹੈ, ਮੰਦਭਾਗਾ ਹੈ ਕਿ ਰਾਜਨੇਤਾ ਦਾ ਫਰਜ਼ ਹੁੰਦਾ ਸਤਿਕਾਰ ਦੇਣਾ, ਨਾ ਕਿ ਕਿਸੇ ਦੀ ਬੇਇੱਜ਼ਤੀ ਕਰਨਾ। ਜਿਹੜਾ ਵੀ ਹੋਇਆ ਮਾੜਾ ਹੋਇਆ। ਤੇ ਵਾਈਸ ਚਾਂਸਲਰ ਸਾਹਿਬ ਨੇ ਗੁੱਸੇ ਵਿੱਚ ਅਸਤੀਫਾ ਅੱਜ ਆਪਾਂ WhatsApp ਤੇ ਦੇਖ ਰਹੇ ਹਾਂ, ਜਾਂ ਜੋ ਵੀ ਬੋਲਿਆ ਜਾ ਰਿਹਾ ਸੁਣਿਆ, ਪਰ ਮਾੜੀ ਗੱਲ ਨਹੀਂ ਚਾਹੀਦਾ ਇਸ ਤਰ੍ਹਾਂ। ਇਹ ਕੰਮ ਕਰਾਉਣ ਦਾ ਤਰੀਕਾ ਇਹ ਹੁੰਦਾ ਕਿ ਪਹਿਲਾਂ ਪਿਆਰ ਨਾਲ, ਫਿਰ ਥੋੜਾ ਦਬਕਾ, ਫਿਰ ਝਟਕਾ, ਤੇ ਜੇ ਜਾਣਸਾਰੀ ਪਹਿਲੇ ਦਿਨ ਇਸ ਤਰ੍ਹਾਂ ਕਰੀਏ ਤਾਂ ਠੀਕ ਨਹੀਂ। ਕੋਈ ਗੱਲ ਨਹੀਂ, ਅਫਸਰਸ਼ਾਹੀ ਤੇ ਰਾਜਨੇਤਾ ਡੈਮੋਕ੍ਰੇਸੀ ਤੋਂ ਰਲ ਕੇ ਚਲਾਉਂਦੇ ਆ। ਆਪਣੇ ਆਪ ਕੋਈ ਇਕੱਲਾ ਕੁਛ ਨਹੀਂ ਕਰ ਸਕਦਾ। ਅਗਰ ਜਿੱਥੇ ਕਿਤੇ ਸਾਡੇ ਰਾਜਨੇਤਾਵਾਂ ਤੋਂ ਗਲਤੀ ਹੋਈ ਤਾਂ ਸੌਰੀ ਫੀਲ ਕਰ ਲਾਂਗੇ, ਮਾਫੀ ਮੰਗ ਲਾਂ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਕਦੇ। ਦਬਾਅ ਨਾਲ ਕੋਈ ਕੰਮ ਠੀਕ ਨਹੀਂ ਹੁੰਦਾ। ਮੈਂ ਤਾਂ ਜਿੱਥੇ ਵੀ ਜਾਂਦਾ ਉੱਥੇ ਕਹਿੰਦਾ ਕਿ ਸਾਰੀ ਟੀਮ ਵਰਕ ਦੇ ਤੌਰ ਤੇ ਕੰਮ ਕਰਾਂਗੇ, ਕੋਈ ਵੱਡਾ ਛੋਟਾ ਨਹੀਂ ਹੈ। ਆਮ ਆਦਮੀ ਪਾਰਟੀ ਦਾ ਤਾਂ ਮਕਸਦ ਇਹੀ ਹੈ ਕਿ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਕਿ ਰਾਜਨੀਤੀ ਕਰਨ ਨਹੀਂ ਆਏ, ਰਾਜਨੀਤੀ ਬਦਲਣ ਆਏ। ਇਸ ਕਰਕੇ ਟੀਮ ਦੇ ਤੌਰ ਤੇ ਕੰਮ ਕਰ ਰਹੇ ਹਾਂ। ਕਿਸੇ ਨਾਲ ਦਬਾਅ ਬਣਾਉਣ ਦਾ ਕੋਈ ਕਿਸੇ ਦਾ ਮਕਸਦ ਨਹੀਂ ਹੈ। ਇਹ ਗਲਤ ਹੈ, ਮੰਦਭਾਗਾ ਹੈ ਕਿ ਰਾਜਨੇਤਾ ਦਾ ਫਰਜ਼ ਹੁੰਦਾ ਸਤਿਕਾਰ ਦੇਣਾ, ਨਾ ਕਿ ਕਿਸੇ ਦੀ ਬੇਇੱਜ਼ਤੀ ਕਰਨਾ। ਜਿਹੜਾ ਵੀ ਹੋਇਆ ਮਾੜਾ ਹੋਇਆ। ਤੇ ਵਾਈਸ ਚਾਂਸਲਰ ਸਾਹਿਬ ਨੇ ਗੁੱਸੇ ਵਿੱਚ ਅਸਤੀਫਾ ਅੱਜ ਆਪਾਂ WhatsApp ਤੇ ਦੇਖ ਰਹੇ ਹਾਂ, ਜਾਂ ਜੋ ਵੀ ਬੋਲਿਆ ਜਾ ਰਿਹਾ ਸੁਣਿਆ, ਪਰ ਮਾੜੀ ਗੱਲ ਨਹੀਂ ਚਾਹੀਦਾ ਇਸ ਤਰ੍ਹਾਂ। ਇਹ ਕੰਮ ਕਰਾਉਣ ਦਾ ਤਰੀਕਾ ਇਹ ਹੁੰਦਾ ਕਿ ਪਹਿਲਾਂ ਪਿਆਰ ਨਾਲ, ਫਿਰ ਥੋੜਾ ਦਬਕਾ, ਫਿਰ ਝਟਕਾ, ਤੇ ਜੇ ਜਾਣਸਾਰੀ ਪਹਿਲੇ ਦਿਨ ਇਸ ਤਰ੍ਹਾਂ ਕਰੀਏ ਤਾਂ ਠੀਕ ਨਹੀਂ। ਕੋਈ ਗੱਲ ਨਹੀਂ, ਅਫਸਰਸ਼ਾਹੀ ਤੇ ਰਾਜਨੇਤਾ ਡੈਮੋਕ੍ਰੇਸੀ ਤੋਂ ਰਲ ਕੇ ਚਲਾਉਂਦੇ ਆ। ਆਪਣੇ ਆਪ ਕੋਈ ਇਕੱਲਾ ਕੁਛ ਨਹੀਂ ਕਰ ਸਕਦਾ। ਅਗਰ ਜਿੱਥੇ ਕਿਤੇ ਸਾਡੇ ਰਾਜਨੇਤਾਵਾਂ ਤੋਂ ਗਲਤੀ ਹੋਈ ਤਾਂ ਸੌਰੀ ਫੀਲ ਕਰ ਲਾਂਗੇ, ਮਾਫੀ ਮੰਗ ਲਾਂ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਕਦੇ। ਦਬਾਅ ਨਾਲ ਕੋਈ ਕੰਮ ਠੀਕ ਨਹੀਂ ਹੁੰਦਾ। ਮੈਂ ਤਾਂ ਜਿੱਥੇ ਵੀ ਜਾਂਦਾ ਉੱਥੇ ਕਹਿੰਦਾ ਕਿ ਸਾਰੀ ਟੀਮ ਵਰਕ ਦੇ ਤੌਰ ਤੇ ਕੰਮ ਕਰਾਂਗੇ, ਕੋਈ ਵੱਡਾ ਛੋਟਾ ਨਹੀਂ ਹੈ। ਆਮ ਆਦਮੀ ਪਾਰਟੀ ਦਾ ਤਾਂ ਮਕਸਦ ਇਹੀ ਹੈ ਕਿ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਕਿ ਰਾਜਨੀਤੀ ਕਰਨ ਨਹੀਂ ਆਏ, ਰਾਜਨੀਤੀ ਬਦਲਣ ਆਏ। ਇਸ ਕਰਕੇ ਟੀਮ ਦੇ ਤੌਰ ਤੇ ਕੰਮ ਕਰ ਰਹੇ ਹਾਂ। ਕਿਸੇ ਨਾਲ ਦਬਾਅ ਬਣਾਉਣ ਦਾ ਕੋਈ ਕਿਸੇ ਦਾ ਮਕਸਦ ਨਹੀਂ ਹੈ। ਇਹ ਗਲਤ ਹੈ, ਮੰਦਭਾਗਾ ਹੈ
ਕਿ ਰਾਜਨੇਤਾ ਦਾ ਫਰਜ਼ ਹੁੰਦਾ ਸਤਿਕਾਰ ਦੇਣਾ, ਨਾ ਕਿ ਕਿਸੇ ਦੀ ਬੇਇੱਜ਼ਤੀ ਕਰਨਾ। ਜਿਹੜਾ ਵੀ ਹੋਇਆ ਮਾੜਾ ਹੋਇਆ। ਤੇ ਵਾਈਸ ਚਾਂਸਲਰ ਸਾਹਿਬ ਨੇ ਗੁੱਸੇ ਵਿੱਚ ਅਸਤੀਫਾ ਅਜੇ ਆਪਾਂ WhatsApp ਤੇ ਦੇਖ ਰਹੇ ਹਾਂ ਜਾਂ ਜੋ ਵੀ ਬੋਲਿਆ ਜਾ ਰਿਹਾ ਸੁਣਿਆ, ਪਰ ਮਾੜੀ ਗੱਲ ਨਹੀਂ ਚਾਹੀਦਾ ਇਸ ਤਰ੍ਹਾਂ। ਇਹ ਕੰਮ ਕਰਾਉਣ ਦਾ ਤਰੀਕਾ ਇਹ ਹੁੰਦਾ ਕਿ ਪਹਿਲਾਂ ਪਿਆਰ ਨਾਲ, ਫਿਰ ਥੋੜਾ ਦਬਕਾ, ਫਿਰ ਝਟਕਾ, ਤੇ ਜੇ ਜਾਣਸਾਰੀ ਪਹਿਲੇ ਦਿਨ ਇਸ ਤਰ੍ਹਾਂ ਕਰੀਏ ਤਾਂ ਠੀਕ ਨਹੀਂ। ਕੋਈ ਗੱਲ ਨਹੀਂ, ਅਫਸਰਸ਼ਾਹੀ ਤੇ ਰਾਜਨੇਤਾ ਡੈਮੋਕ੍ਰੇਸੀ ਤੋਂ ਰਲ ਕੇ ਚਲਾਉਂਦੇ ਆ, ਆਪਣੇ ਆਪ ਕੋਈ ਇਕੱਲਾ ਕੁਛ ਨਹੀਂ ਕਰ ਸਕਦਾ। ਅਗਰ ਜਿੱਥੇ ਕਿਤੇ ਸਾਡੇ ਰਾਜਨੀਤਿਕਾਂ ਤੋਂ ਗਲਤੀ ਹੋਈ ਤਾਂ ਸੌਰੀ ਫੀਲ ਕਰ ਲਾਂਗੇ, ਮਾਫੀ ਮੰਗ ਲਾਂ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਕਦੇ, ਦਬਾਅ ਨਾਲ ਕੋਈ ਕੰਮ ਠੀਕ ਨਹੀਂ ਹੁੰਦਾ। ਮੈਂ ਤਾਂ ਜਿੱਥੇ ਵੀ ਜਾਂਦਾ ਉੱਥੇ ਕਹਿੰਦਾ ਕਿ ਸਾਰੀ ਟੀਮ ਵਰਕ ਦੇ ਤੌਰ ਤੇ ਕੰਮ ਕਰਾਂਗੇ, ਕੋਈ ਵੱਡਾ ਛੋਟਾ ਨਹੀਂ ਹੈ। ਆਮ ਆਦਮੀ ਪਾਰਟੀ ਦਾ ਤਾਂ ਮਕਸਦ ਇਹੀ ਹੈ ਕਿ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਕਿ ਰਾਜਨੀਤੀ ਕਰਨ ਨਹੀਂ ਆਏ, ਰਾਜਨੀਤੀ ਬਦਲਣ ਆਏ। ਇਸ ਕਰਕੇ ਟੀਮ ਦੇ ਤੌਰ ਤੇ ਕੰਮ ਕਰ ਰਹੇ ਹਾਂ, ਕਿਸੇ ਨਾਲ ਦਬਾਅ ਬਣਾਉਣ ਦਾ ਕੋਈ ਕਿਸੇ ਦਾ ਮਕਸਦ ਨਹੀਂ ਹੈ। ਇਹ ਗਲਤ ਹੈ, ਮੰਦਭਾਗਾ ਹੈ ਕਿ ਰਾਜਨੇਤਾ ਦਾ ਫਰਜ਼ ਹੁੰਦਾ ਸਤਿਕਾਰ ਦੇਣਾ, ਨਾ ਕਿ ਕਿਸੇ ਦੀ ਬੇਇੱਜ਼ਤੀ ਕਰਨਾ। ਜਿਹੜਾ ਵੀ ਹੋਇਆ ਮਾੜਾ ਹੋਇਆ। ਤੇ ਵਾਈਸ ਚਾਂਸਲਰ ਸਾਹਿਬ ਨੇ ਗੁੱਸੇ ਵਿੱਚ ਅਸਤੀਫਾ ਅਜੇ ਆਪਾਂ WhatsApp ਤੇ ਦੇਖ ਰਹੇ ਹਾਂ ਜਾਂ ਜੋ ਵੀ ਬੋਲਿਆ ਜਾ ਰਿਹਾ ਸੁਣਿਆ, ਪਰ ਮਾੜੀ ਗੱਲ ਨਹੀਂ ਚਾਹੀਦਾ ਇਸ ਤਰ੍ਹਾਂ। ਇਹ ਕੰਮ ਕਰਾਉਣ ਦਾ ਤਰੀਕਾ ਇਹ ਹੁੰਦਾ ਕਿ ਪਹਿਲਾਂ ਪਿਆਰ ਨਾਲ, ਫਿਰ ਥੋੜਾ ਦਬਕਾ, ਫਿਰ ਝਟਕਾ, ਤੇ ਜੇ ਜਾਣਸਾਰੀ ਪਹਿਲੇ ਦਿਨ ਇਸ ਤਰ੍ਹਾਂ ਕਰੀਏ ਤਾਂ ਠੀਕ ਨਹੀਂ। ਕੋਈ ਗੱਲ ਨਹੀਂ, ਅਫਸਰਸ਼ਾਹੀ ਤੇ ਰਾਜਨੇਤਾ ਡੈਮੋਕ੍ਰੇਸੀ ਤੋਂ ਰਲ ਕੇ ਚਲਾਉਂਦੇ ਆ, ਆਪਣੇ ਆਪ ਕੋਈ ਇਕੱਲਾ ਕੁਛ ਨਹੀਂ ਕਰ ਸਕਦਾ। ਅਗਰ ਜਿੱਥੇ ਕਿਤੇ ਸਾਡੇ ਰਾਜਨੀਤਿਕਾਂ ਤੋਂ ਗਲਤੀ ਹੋਈ ਤਾਂ ਸੌਰੀ ਫੀਲ ਕਰ ਲਾਂਗੇ, ਮਾਫੀ ਮੰਗ ਲਾਂ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਕਦੇ, ਦਬਾਅ ਨਾਲ ਕੋਈ ਕੰਮ ਠੀਕ ਨਹੀਂ ਹੁੰਦਾ। ਮੈਂ ਤਾਂ ਜਿੱਥੇ ਵੀ ਜਾਂਦਾ ਉੱਥੇ ਕਹਿੰਦਾ ਕਿ ਸਾਰੀ ਟੀਮ ਵਰਕ ਦੇ ਤੌਰ ਤੇ ਕੰਮ ਕਰਾਂਗੇ, ਕੋਈ ਵੱਡਾ ਛੋਟਾ ਨਹੀਂ ਹੈ। ਆਮ ਆਦਮੀ ਪਾਰਟੀ ਦਾ ਤਾਂ ਮਕਸਦ ਇਹੀ ਹੈ ਕਿ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਕਿ ਰਾਜਨੀਤੀ ਕਰਨ ਨਹੀਂ ਆਏ, ਰਾਜਨੀਤੀ ਬਦਲਣ ਆਏ। ਇਸ ਕਰਕੇ ਟੀਮ ਦੇ ਤੌਰ ਤੇ ਕੰਮ ਕਰ ਰਹੇ ਹਾਂ, ਕਿਸੇ ਨਾਲ ਦਬਾਅ ਬਣਾਉਣ ਦਾ ਕੋਈ ਕਿਸੇ ਦਾ ਮਕਸਦ ਨਹੀਂ ਹੈ। ਇਹ ਗਲਤ ਹੈ, ਮੰਦਭਾਗਾ ਹੈ ਕਿ ਰਾਜਨੇਤਾ ਦਾ ਫਰਜ਼ ਹੁੰਦਾ ਸਤਿਕਾਰ ਦੇਣਾ, ਨਾ ਕਿ ਕਿਸੇ ਦੀ ਬੇਇੱਜ਼ਤੀ ਕਰਨਾ। ਜਿਹੜਾ ਵੀ ਹੋਇਆ ਮਾੜਾ ਹੋਇਆ। ਤੇ ਵਾਈਸ ਚਾਂਸਲਰ ਸਾਹਿਬ ਨੇ ਗੁੱਸੇ ਵਿੱਚ ਅਸਤੀਫਾ ਅਜੇ ਆਪਾਂ WhatsApp ਤੇ ਦੇਖ ਰਹੇ ਹਾਂ ਜਾਂ ਜੋ ਵੀ ਬੋਲਿਆ ਜਾ ਰਿਹਾ ਸੁਣਿਆ, ਪਰ ਮਾੜੀ ਗੱਲ ਨਹੀਂ ਚਾਹੀਦਾ ਇਸ ਤਰ੍ਹਾਂ। ਇਹ ਕੰਮ ਕਰਾਉਣ ਦਾ ਤਰੀਕਾ ਇਹ ਹੁੰਦਾ ਕਿ ਪਹਿਲਾਂ ਪਿਆਰ ਨਾਲ, ਫਿਰ ਥੋੜਾ ਦਬਕਾ, ਫਿਰ ਝਟਕਾ, ਤੇ ਜੇ ਜਾਣਸਾਰੀ ਪਹਿਲੇ ਦਿਨ ਇਸ ਤਰ੍ਹਾਂ ਕਰੀਏ ਤਾਂ ਠੀਕ ਨਹੀਂ। ਕੋਈ ਗੱਲ ਨਹੀਂ, ਅਫਸਰਸ਼ਾਹੀ ਤੇ ਰਾਜਨੇਤਾ ਡੈਮੋਕ੍ਰੇਸੀ ਤੋਂ ਰਲ ਕੇ ਚਲਾਉਂਦੇ ਆ, ਆਪਣੇ ਆਪ ਕੋਈ ਇਕੱਲਾ ਕੁਛ ਨਹੀਂ ਕਰ ਸਕਦਾ। ਅਗਰ ਜਿੱਥੇ ਕਿਤੇ ਸਾਡੇ ਰਾਜਨੀਤਿਕਾਂ ਤੋਂ ਗਲਤੀ ਹੋਈ ਤਾਂ ਸੌਰੀ ਫੀਲ ਕਰ ਲਾਂਗੇ, ਮਾਫੀ ਮੰਗ ਲਾਂ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਕਦੇ, ਦਬਾਅ ਨਾਲ ਕੋਈ ਕੰਮ ਠੀਕ ਨਹੀਂ ਹੁੰਦਾ। ਮੈਂ ਤਾਂ ਜਿੱਥੇ ਵੀ ਜਾਂਦਾ ਉੱਥੇ ਕਹਿੰਦਾ ਕਿ ਸਾਰੀ ਟੀਮ ਵਰਕ ਦੇ ਤੌਰ ਤੇ ਕੰਮ ਕਰਾਂਗੇ, ਕੋਈ ਵੱਡਾ ਛੋਟਾ ਨਹੀਂ ਹੈ। ਆਮ ਆਦਮੀ ਪਾਰਟੀ ਦਾ ਤਾਂ ਮਕਸਦ ਇਹੀ ਹੈ ਕਿ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਕਿ ਰਾਜਨੀਤੀ ਕਰਨ ਨਹੀਂ ਆਏ, ਰਾਜਨੀਤੀ ਬਦਲ। ਤਾਂ ਜਿੱਥੇ ਫੌਜਾ ਸਿੰਘ ਸਰਾਰੀ ਵੱਲੋਂ ਟਿੱਪਣੀ ਕੀਤੀ ਗਈ ਹੈ ਚੇਤਨ ਜੋੜਾ ਮਾਜਰਾ ਦੀ ਕਾਰਵਾਈ ਦੇ ਉੱਤੇ, ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਜੋ ਕਿ ਇਸ ਸਾਰੇ ਮਸਲੇ ਉੱਤੇ ਆਪਣਾ ਪੱਖ ਰੱਖਦਾ। ਆਮ ਆਦਮੀ ਪਾਰਟੀ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸਿਹਤ ਮੰਤਰੀ ਚੇਤਨ ਜੋੜਾ ਮਾਜਰਾ ਨਜ਼ਰ ਆ ਰਹੇ ਨੇ। ਉਸੇ ਬੈੱਡ ਦੇ ਕੋਲ ਖੜੇ, ਫਰੀਦਕੋਟ ਮੈਡੀਕਲ ਯੂਨੀਵਰਸਿਟੀ ਦੇ ਉਸੇ ਬੈੱਡ ਕੋਲ ਖੜੇ ਨੇ ਜਿਸ ਬੈੱਡ ਉੱਤੇ ਵੀਸੀ ਨੂੰ ਲਟਾਇਆ ਗਿਆ। ਜਿਸ ਗੱਲ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਤਾਂ ਉਹ ਬੈੱਡ ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ। ਤੇ ਆਮ ਆਦਮੀ ਪਾਰਟੀ ਟਵੀਟ ਦੇ ਵਿੱਚ ਲਿਖਦੀ ਹੈ ਕਿ ਇਸ ਬੈੱਡ ਨੂੰ ਦੇਖੋ, ਇਸ ਦੀ ਹਾਲਤ ਦੇਖੋ, ਇਸੇ ਬੈੱਡ ਵਰਗੀ ਹਾਲਤ ਹੋ ਚੁੱਕੀ ਹੈ ਸਿਹਤ ਸੁਵਿਧਾਵਾਂ ਦੀ। ਪੰਜਾਬ ਦੇ ਵਿੱਚ ਸਿਹਤ ਸੁਵਿਧਾਵਾਂ ਅੱਜ ਇਸੇ ਬੈੱਡ ਵਾਂਗੂ ਹੋ ਚੁੱਕੀਆਂ ਨੇ ਜੋ ਕਿ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਹੈ। ਤਾਂ ਕੀ ਚੰਗੀਆਂ ਸੁਵਿਧਾਵਾਂ ਦੇਣ ਵਾਸਤੇ ਜੋ ਕੁਝ ਵੀ ਕਾਰਵਾਈ ਕਰਨੀ ਪਵੇ ਉਹ ਕਾਰਵਾਈ ਕਰਨੀ ਗਲਤ ਹੈ? ਇਹ ਸਵਾਲ ਆਮ ਆਦਮੀ ਪਾਰਟੀ ਵੱਲੋਂ ਇਸ ਟਵੀਟ ਦੇ ਵਿੱਚ ਪੁੱਛਿਆ ਗਿਆ ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਉਸ ਟਵੀਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਸਵੀਰ ਸਾਂਝੀ ਕੀਤੀ ਹੈ ਸਿਹਤ ਮੰਤਰੀ ਚੇਤਨ ਜੋੜਾ ਮਾਜਰਾ ਦੀ। ਉਸੇ ਬੈੱਡ ਕੋਲ ਖੜੇ ਹੋਏ ਨੇ ਚੇਤਨ ਜੋੜਾ ਮਾਜਰਾ ਜਿਸ ਬੈੱਡ ਦੇ ਉੱਤੇ ਵੀਸੀ ਨੂੰ ਲਟਾਇਆ ਗਿਆ, ਜਿਸ ਤੋਂ ਬਾਅਦ ਵਿਵਾਦ ਹੋਇਆ। ਤਾਂ ਸਵਾਲ ਖੜਾ ਕੀਤਾ ਆਮ ਆਦਮੀ ਪਾਰਟੀ ਨੇ ਕਿ ਕੀ ਚੰਗੀਆਂ ਸੁਵਿਧਾਵਾਂ ਪੰਜਾਬ ਦੇ ਲੋਕਾਂ ਨੂੰ ਦੇਣ ਵਾਸਤੇ ਕੀਤੀ ਗਈ ਕਾਰਵਾਈ ਗਲਤ ਹੈ, ਕੀ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ? ਤਾਂ ਆਪਣਾ ਪੱਖ ਰੱਖਿਆ। ਤਾਂ ਇੱਕ ਹੋਰ ਬਿਆਨ ਵੀ ਸਾਹਮਣੇ ਆ ਰਿਹਾ ਹੈ, ਬਿਆਨ ਸਾਹਮਣੇ ਆਇਆ ਆਮ ਆਦਮੀ ਪਾਰਟੀ ਦਾ ਕਿ ਜੇਕਰ ਵੀਸੀ ਨੇ ਹੁਣ ਜਿਵੇਂ ਅਸਤੀਫਾ ਦਿੱਤਾ ਤਾਂ ਕੀ ਉਸ ਤੋਂ ਪਹਿਲਾਂ ਵੀਸੀ ਨੂੰ ਮੁੱਖ ਮੰਤਰੀ ਦੇ ਨਾਲ ਗੱਲ ਨਹੀਂ ਸੀ ਕਰਨੀ ਚਾਹੀਦੀ? ਕਿ ਮੁੱਖ ਮੰਤਰੀ ਤੱਕ ਪਹੁੰਚ ਕਰਦੇ ਤਾਂ ਸ਼ਾਇਦ ਮਸਲਾ ਹੱਲ ਹੁੰਦਾ। ਤਾਂ ਕਿਉਂਕਿ ਇਸ ਤੋਂ ਪਹਿਲਾਂ ਚੇਤਨ ਜੋੜਾ ਮਾਜਰਾ ਵੀ ਕਹਿ ਚੁੱਕੇ ਨੇ ਕਿ ਉਹਨਾਂ ਦਾ
ਕਿਸੇ ਵੀ ਤਰੀਕੇ ਦੀ ਮਨਸ਼ਾ ਨਹੀਂ ਸੀ ਵੀਸੀ ਦੀ ਜਿਹੜਾ ਕੀ ਹੈ ਕਿਸੇ ਵੀ ਤਰੀਕੇ ਦਾ ਉਹਨਾਂ ਨੂੰ ਸੱਟ ਪਹੁੰਚਾਉਣ ਦੀ। ਤਾਂ ਇਹ ਗੱਲ ਚੇਤਨ ਜੋੜਾ ਮਾਜਰਾ ਨੇ ਆਖੀ। ਉਹਨਾਂ ਨੇ ਕਿਹਾ ਕਿ ਸਿਰਫ ਸਿਹਤ ਸੁਵਿਧਾਵਾਂ ਦੀ ਜਾਂਚ ਕਰ ਰਹੇ ਸੀ ਉਹ, ਤੇ ਵੀਸੀ ਨੂੰ ਕਿਸੇ ਵੀ ਤਰੀਕੇ ਜਿਹੜਾ ਕੀ ਹੈ ਕੋਈ ਵੀ ਕਿਸੇ ਵੀ ਤਰੀਕੇ ਬੇਇੱਜ਼ਤ ਨਹੀਂ ਸੀ ਕਰਨਾ ਚਾਹੁੰਦੇ, ਨਾ ਹੀ ਕਿਸੇ ਤਰੀਕੇ ਕੋਈ ਉਹਨਾਂ ਦੇ ਉੱਤੇ ਜਾ ਕੇ ਟਿੱਪਣੀ ਕਰਨਾ ਚਾਹੁੰਦੇ ਸੀ ਜਾਂ ਰੋਬ ਮਾਰਨਾ ਚਾਹੁੰਦੇ ਸੀ। ਚੇਤਨ ਜੋੜਾ ਮਾਜਰਾ ਦਾ ਕਹਿਣਾ ਹੈ ਕਿ ਉਹ ਸਿਰਫ ਚੰਗੀਆਂ ਸਿਹਤ ਸੁਵਿਧਾਵਾਂ ਪੰਜਾਬ ਦੇ ਲੋਕਾਂ ਨੂੰ ਦੇਣੀਆਂ ਚਾਹੁੰਦੇ ਸੀ। ਤਾਂ ਤਸਵੀਰ ਆਮ ਆਦਮੀ ਪਾਰਟੀ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਹੈ। ਇੱਕ ਬਿਆਨ ਫੌਜਾ ਸਿੰਘ ਸਰਾਰੀ ਨੇ ਦਿੱਤਾ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਸਿਹਤ ਮੰਤਰੀ ਨੇ ਜੋ ਕੀਤਾ ਉਹ ਗਲਤ ਸੀ, ਉਹ ਤਰੀਕਾ ਸਹੀ ਨਹੀਂ ਸੀ। ਇਹ ਤਰੀਕਾ ਆਮ ਆਦਮੀ ਪਾਰਟੀ ਦੇ ਕੰਮ ਕਰਨ ਦਾ ਨਹੀਂ, ਅਫਸਰਸ਼ਾਹੀ ਤੇ ਦਬਾਅ ਨਹੀਂ ਸੀ ਪਾਉਣਾ ਚਾਹੀਦਾ। ਦੂਜੇ ਪਾਸੇ ਆਮ ਆਦਮੀ ਪਾਰਟੀ ਟਵੀਟ ਕਰ ਰਹੀ ਹੈ, ਇੱਕ ਬੈੱਡ ਦੀ ਤਸਵੀਰ ਸਾਂਝੀ ਕਰ ਰਹੀ ਹੈ, ਉਸੇ ਬੈੱਡ ਦੀ ਜਿਸ ਕੋਲ ਚੇਤਨ ਜੋੜਾ ਮਾਜਰਾ ਖੜੇ ਨੇ। ਕਹਿ ਰਹੀ ਹੈ ਆਮ ਆਦਮੀ ਪਾਰਟੀ ਇਸ ਟਵੀਟ ਦੇ ਵਿੱਚ ਲਿਖਦੀ ਹੈ ਕਿ ਸਿਹਤ ਸੁਵਿਧਾਵਾਂ ਦਾ ਹਾਲ ਵੀ ਅੱਜ ਇਸੇ ਬੈੱਡ ਵਾਂਗੂ ਹੋ ਗਿਆ। ਪੰਜਾਬ ਦੀਆਂ ਸਿਹਤ ਸੁਵਿਧਾਵਾਂ ਨੂੰ ਦੇ ਵਿੱਚ ਸੁਧਾਰ ਕਰਨ ਵਾਸਤੇ ਕਾਰਵਾਈ ਕੀਤੀ ਗਈ ਸੀ ਸਿਹਤ ਮੰਤਰੀ ਜੋੜਾ ਮਾਜਰਾ ਵੱਲੋਂ। ਤਾਂ ਕੀ ਇਹ ਕਾਰਵਾਈ ਕਰਨਾ ਜਾਇਜ਼ ਨਹੀਂ? ਕੀ ਲੋਕਾਂ ਦੇ ਹਿੱਤਾਂ ਵਾਸਤੇ ਲੜਨਾ ਜਾਇਜ਼ ਨਹੀਂ? ਇਹ ਸਵਾਲ ਆਮ ਆਦਮੀ ਪਾਰਟੀ ਨੇ ਪੁੱਛਿਆ। ਨਾਲ ਹੀ ਇਹ ਸਵਾਲ ਖੜਾ ਕੀਤਾ ਕਿ ਜੇਕਰ ਵੀਸੀ ਰਾਮ ਬਹਾਦਰ ਨੇ ਅਸਤੀਫਾ ਦਿੱਤਾ ਤਾਂ ਫਿਰ ਉਹਨਾਂ ਨੂੰ ਮੁੱਖ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਸੀ। ਅਸਤੀਫਾ ਦੇਣ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਗੱਲ ਕਰਦੇ ਵੀ ਸੀ। ਇਹ ਗੱਲ ਆਖੀ ਗਈ ਹੈ ਆਮ ਆਦਮੀ ਪਾਰਟੀ ਵੱਲੋਂ। ਤਾਂ ਵਿਵਾਦ ਲਗਾਤਾਰ ਭਖਦਾ ਨਜ਼ਰ ਆ ਰਿਹਾ ਹੈ, ਜਿੱਥੇ ਫੌਜਾ ਸਿੰਘ ਸਰਾਰੀ ਆਮ ਆਦਮੀ ਪਾਰਟੀ ਦੇ ਦੋਹੇ ਮੰਤਰੀ ਫੌਜਾ ਸਿੰਘ ਸਰਾਰੀ ਤੇ ਸਿਹਤ ਮੰਤਰੀ ਚੇਤਨ ਜੋੜਾ ਮਾਜਰਾ ਆਮੋ ਸਾਹਮਣੇ ਹੁੰਦੇ ਨਜ਼ਰ ਆਏ, ਉੱਥੇ ਆਮ ਆਦਮੀ ਪਾਰਟੀ ਵੱਲੋਂ ਟਵੀਟ ਕਰਕੇ ਪੱਖ ਵੀ ਰੱਖਿਆ ਗਿਆ।